ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਇੱਕ ਦਿਨ ਇਹਨੇ ਵਾਪਸ ਜਾਣਾ ਹੈ। ਭਾਵ ਜੋ ਸੰਸਾਰ ਦੇ ਵਿੱਚ ਜਨਮਦਾ ਹੈ ਉਹਦੀ ਮੌਤ ਵੀ ਇੱਕ ਦਿਨ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੋ ਜਨਮੇ ਸੋ ਜਾਣੋ ਮੂਆ, ਵੀ ਜਿਹੜਾ ਜਨਮਿਆ ਉਹਨੇ ਇੱਕ ਦਿਨ ਅੰਤ ਮੌਤ ਦੇ ਮੂੰਹ ਵਿੱਚ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੇ ਕਾਲ। ਅੱਜ ਕੱਲ ਉਹਨੇ ਬਿਨਸ ਜਾਣਾ। ਸੰਸਾਰ ਦੇ ਅੰਦਰ ਕੋਈ ਵੀ ਚੀਜ਼ ਜਿਹੜੀ ਪੈਦਾ ਹੋਈ ਹੈ, ਜਿਹੜੀ ਜਨਮੀ ਹੈ, ਸੋ ਜਨਮ ਤੋਂ ਲੈ ਕੇ ਮਰਨ ਤੱਕ ਤੇ ਫਿਰ ਮਰਨ ਤੋਂ ਬਾਅਦ ਜੋ ਮਨੁੱਖ ਦੇ ਨਾਲ ਹੁੰਦਾ ਹੈ, ਵੱਖ-ਵੱਖ ਮਤਾਂ ਨੇ ਉਹਦੀ ਗੱਲ ਵੱਖ-ਵੱਖ ਕੀਤੀ ਹੈ। ਮਨੁੱਖ ਦੇ ਮਰਨ ਤੋਂ ਬਾਅਦ ਉਹਦੀ ਆਤਮਾ ਦੇ ਨਾਲ ਕੀ ਹੁੰਦਾ, ਕਿੱਥੇ ਜਾਂਦੀ ਹੈ, ਇਸ ਵੀਡੀਓ ਵਿੱਚ ਅੱਜ ਆਪਾਂ ਇਸ ਗੱਲ 'ਤੇ ਵਿਚਾਰ ਕਰਾਂਗੇ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ। ਜਿਨ੍ਹਾਂ ਨੇ ਬ੍ਰਹਮਜੀਤ ਕਥਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ, ਤਾਂ ਜੋ ਹਰ ਅਪਡੇਟ ਆਪ ਜੀ ਤੱਕ ਪਹੁੰਚਦੀ ਹੋ ਸਕੇ। ਸਤਿਗੁਰੂ ਮਹਾਰਾਜ ਜਿੱਥੇ ਪਾਵਨ ਬਾਣੀ ਦੇ ਵਿੱਚ ਮਨੁੱਖਤਾ ਨੂੰ ਉਪਦੇਸ਼ ਦਿੰਦੇ ਹਨ, ਉਹਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਮਤਾਂ ਦੀ ਗੱਲ ਕਰੀਏ ਜਿਹੜੇ ਕਹਿੰਦੇ ਨੇ ਵੀ ਮਨੁੱਖ ਦੀ ਮੌਤ ਤੋਂ ਬਾਅਦ ਉਹਦੀ ਆਤਮਾ ਦੇ ਨਾਲ ਕੀ ਹੁੰਦਾ ਹੈ। ਜੇ ਆਪਾਂ ਗਵੰਡੀ ਮਤ ਦੀ ਗੱਲ ਕਰੀਏ, ਉਹਨਾਂ ਦੇ ਅੰਦਰ ਇੱਕ ਗ੍ਰੰਥ ਹੈ ਗਰੁੜ ਪੁਰਾਣ, ਜਿਹਦਾ ਰਚੇਤਾ ਪੁਜਾਰੀ ਵਰਗ ਕਹਿੰਦਾ ਹੈ ਵੀ ਵਿਸ਼ਨੂੰ ਭਗਵਾਨ ਖੁਦ ਹੈ, ਤੇ ਉਹਦੇ ਨਾਲ ਵਾਰਤਾਲਾਪ ਕਰਨ ਵਾਲਾ ਉਹਦੀ ਸਵਾਰੀ ਗਰੁੜ ਪੰਛੀ ਹੈ। ਇਸੇ ਕਰਕੇ ਉਸ ਗ੍ਰੰਥ ਦਾ ਨਾਮ ਗਰੁੜ ਪੁਰਾਣ ਰੱਖਿਆ ਹੋਇਆ ਹੈ। ਗਰੁੜ ਪੁਰਾਣ ਦੇ ਅੰਦਰ ਬਹੁਤ ਕੁਝ ਲਿਖਿਆ ਹੋਇਆ ਹੈ। ਮਨੁੱਖ ਮੌਤ ਹੁੰਦੀ ਹੈ, ਉਸ ਤੋਂ ਬਾਅਦ ਉਹਦੀ ਆਤਮਾ ਜਿਹੜੀ ਹੈ 86,000 ਯੋਜਨ ਸਫ਼ਰ ਤੈਅ ਕਰਦੀ ਹੈ। ਇੱਕ ਦਿਨ ਦੇ ਵਿੱਚ 247 ਯੋਜਨ ਉਹ ਸਫ਼ਰ ਤੈਅ ਕਰਦੀ ਹੈ ਤੇ 360 ਦਿਨ ਲੱਗਦੇ ਨੇ ਉਹਨੂੰ ਸਫ਼ਰ ਕਰਦਿਆਂ। ਰਸਤੇ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਹੈ, ਅੱਤ ਦੀ ਸਰਦੀ ਪੈਂਦੀ ਹੈ, ਕੰਡਿਆਂ ਭਰੇ ਰਸਤੇ ਨੇ, ਉਹਨਾਂ ਰਸਤਿਆਂ ਦੇ ਉੱਤੇ ਚੱਲਣਾ ਪੈਂਦਾ ਹੈ। ਗਰਮੀ ਸਰਦੀ ਤੋਂ ਬਚਣ ਵਾਸਤੇ ਰਸਤੇ ਦੇ ਵਿੱਚ ਕੋਈ ਵੀ ਦਰਖਤ ਜਾਂ ਕੋਈ ਹੋਰ ਇਹੋ ਜਿਹਾ ਸਾਧਨ ਨਹੀਂ ਜਿਸ ਤੋਂ ਬਚਿਆ ਜਾ ਸਕੇ। ਇਹ ਗਰੁੜ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ। ਫਿਰ ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਇੱਕ ਰਸਤੇ ਦੇ ਵਿੱਚ ਵੈਤਰਨੀ ਨਦੀ ਪੈਂਦੀ ਹੈ, ਜਿਹੜੀ ਮਾਸ ਅਤੇ ਹੱਡਾਂ ਦੇ ਗੰਧ ਦੇ ਨਾਲ ਭਰੀ ਹੋਈ ਹੈ। ਉਹਦੇ ਵਿੱਚ ਬਿੱਛੂ, ਸੱਪ ਆਦਿਕ ਡਸਣ ਵਾਲੇ ਜੀਵ ਨੇ, ਉਹ ਉਸ ਪ੍ਰੇਤ ਆਤਮਾ ਨੂੰ ਡਸਦੇ ਨੇ, ਅਤੀ ਦਾ ਦੁੱਖ ਦਿੰਦੇ ਨੇ। ਇਹ ਵੀ ਨਾਲ ਲਿਖਿਆ ਹੋਇਆ ਵੀ ਜਿਹੜਾ ਕੋਈ ਮਨੁੱਖ ਜਿਉਂਦਿਆਂ ਜੀ ਆਪਣੇ ਹੱਥੀਂ ਗਾਂ ਦਾਨ ਕਰ ਦੇਵੇ, ਉਹ ਉਸ ਨੂੰ ਵੈਤਰਨੀ ਨਦੀ ਪਾਰ ਕਰਨੀ ਸੌਖੀ ਹੋ ਜਾਂਦੀ ਹੈ। ਉਹਦੀ ਪੂੰਛਲ ਫੜ ਕੇ ਉਹ ਪਾਰ ਹੋ ਜਾਂਦਾ ਹੈ। ਇਸੇ ਕਰਕੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਸਮਾਂ ਬਚਦਾ ਹੈ, ਇਹਦੇ ਵਿੱਚ ਮਨੁੱਖ ਨੂੰ ਆਪਣੇ ਹੱਥੀਂ ਗਊ ਜਿਹੜੀ ਹੈ ਉਹ ਦਾਨ ਕਰਨੀ ਚਾਹੀਦੀ ਹੈ। ਇਹ ਗਰੁੜ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ। ਰਸਤੇ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਵੀ ਇੱਕ ਸ਼ਾਲਮਲੀ ਦਰਖਤ ਹੈ, ਜਿਹੜਾ ਕਿ ਅੱਗ ਦੀਆਂ ਲਪਟਾਂ ਦੇ ਵਿੱਚ ਘਿਰਿਆ ਹੋਇਆ ਹੈ। ਉਹਦੇ ਪੱਤੇ ਜਿਹੜੇ ਹੈ ਉਹ ਬੜੇ ਨਕੀਲੇ ਨੇ ਤੇ ਜੰਮ ਉਹਦੇ ਨਾਲ ਬੰਨ੍ਹ ਕੇ ਕੋੜੇ ਮਾਰਦੇ ਨੇ ਪ੍ਰੇਤ ਆਤਮਾ ਨੂੰ। ਇਹੋ ਜਿਹੇ ਬੜੇ ਦੁੱਖ ਜਿਹੜੇ ਨੇ ਉਹਨੂੰ ਝੱਲਣੇ ਪੈਂਦੇ ਨੇ। ਰਸਤਾ ਬੜਾ ਹਨੇਰਾ ਹੈ। ਇਸੇ ਕਰਕੇ ਮ੍ਰਿਤਕ ਪ੍ਰਾਣੀ ਦੇ ਮਰਨ ਤੋਂ ਬਾਅਦ ਫਿਰ ਉਹਦੇ ਹੱਥ ਦੇ ਉੱਤੇ ਜਿਹੜੇ ਤਲੀਆਂ ਦੇ ਉੱਤੇ ਦੀਵੇ ਜਗਾਏ ਜਾਂਦੇ ਹਨ, ਤਾਂ ਜੋ ਰਸਤੇ ਦੇ ਵਿੱਚ ਉਹਨੂੰ ਰੋਸ਼ਨੀ ਮਿਲ ਸਕੇ। ਹੋਰ ਅਨੇਕਾਂ ਗੱਲਾਂ ਲਿਖੀਆਂ ਹੋਈਆਂ ਨੇ। ਸਾਡੇ ਸਮਾਜ ਦੇ ਅੰਦਰ ਵੀ ਉਸੇ ਹੀ ਪੁਰਾਣ ਗਰੁੜ ਪੁਰਾਣ ਦੀ ਨਕਲ ਕਰਦਿਆਂ ਹੋਇਆਂ ਉਹ ਪ੍ਰਭਾਵੀ ਹੋਣ ਦੇ ਕਾਰਨ ਬਹੁਤ ਸਾਰੇ ਕਰਮ ਇਹੋ ਜਿਹੇ ਕੀਤੇ ਜਾਂਦੇ ਨੇ ਜਿਹੜੇ ਕਿ ਸਿੱਖ ਧਰਮ ਦੇ ਅੰਦਰ ਪ੍ਰਵਾਨ ਨਹੀਂ ਹੈ। ਇਸੇ ਕਰਕੇ ਕਈ ਕੁਝ ਦਾਨ ਦਿੱਤਾ ਜਾਂਦਾ ਹੈ, ਪਰ ਸਤਿਗੁਰੂ ਮਹਾਰਾਜ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ। ਸਾਹਿਬ ਕਹਿਣ ਲੱਗੇ, ਮਰਨ ਤੋਂ ਬਾਅਦ ਮਨੁੱਖ ਦੇ ਮਗਰ ਕੁਝ ਵੀ ਭੇਜਿਆ ਨਹੀਂ ਜਾ ਸਕਦਾ। ਸਤਿਗੁਰੂ ਮਹਾਰਾਜ ਨੇ ਇੱਕ ਵਿਅੰਗ ਕੱਸਦਿਆਂ ਉਸ ਵਕਤ ਦੇ ਪੁਜਾਰੀ ਦੇ ਉੱਤੇ
ਉਹਨਾਂ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਵੀ ਜੇ ਉਹਨਾਂ ਦੀ ਗੱਲ ਮੰਨ ਲਈ ਜਾਵੇ ਵੀ ਮਰੇ ਹੋਏ ਪ੍ਰਾਣੀ ਦੇ ਪਿੱਛੇ ਸਮਾਨ ਭੇਜਿਆ ਜਾ ਸਕਦਾ ਹੈ, ਤੇ ਫਿਰ ਜੇਕਰ ਭੇਜਣ ਵਾਲਾ ਭਾਵ ਜਿਹੜਾ ਪਿੱਤਰ ਮਰ ਚੁੱਕਿਆ ਉਹਦੇ ਮਗਰ ਮਨੁੱਖ ਜਿਹੜਾ ਜਿਹਨੇ ਭੇਜਣਾ ਹੈ ਉਹ ਚੋਰ ਹੋਵੇ ਤੇ ਕਿਸੇ ਦੇ ਘਰੋਂ ਉਹ ਚੋਰੀ ਕਰਕੇ ਲਿਆਂਦੀ ਹੋਵੇ ਵਸਤੂ ਉਹ ਦਾਨ ਕਰ ਦੇਵੇ, ਉਹ ਦਾਨ ਅੱਗੇ ਪੁੱਜ ਜਾਏਗਾ। ਜਿਹਦੇ ਘਰੋਂ ਵਸਤੂ ਚੋਰੀ ਕਰਕੇ ਲੈ ਕੇ ਆਂਦੀ ਹੋਈ ਹੈ ਉਹਦਾ ਪਿੱਤਰ ਵੀ ਅੱਗੇ ਬੈਠਾ ਹੋਵੇਗਾ ਪਿੱਤਰ ਲੋਕ ਦੇ ਵਿੱਚ, ਤੇ ਉਹ ਆਪਣੀ ਵਸਤੂ ਜਿਹੜੀ ਹੈ ਉਹ ਪਛਾਣ ਲਏਗਾ, ਤੇ ਫਿਰ ਪਿੱਤਰ ਲੋਕ ਦੇ ਵਿੱਚ ਜਿਹੜਾ ਹੈ ਉਹ ਇੱਕ ਝਗੜਾ ਹੋ ਜਾਏਗਾ ਵੀ ਇਹ ਤੇ ਵਸਤੂ ਮੇਰੇ ਘਰ ਦੀ ਹੈ। ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਉੱਤੇ ਵਿਅੰਗ ਕੱਸਦਿਆਂ ਹੋਇਆਂ ਇਹ ਸਮਝਾਉਣਾ ਕੀਤਾ, ਜੇ ਮੁਹਾਕਾ ਘਰ ਮੋਹੇ ਪਿੱਤਰੀ ਦੇ, ਅੱਗੇ ਵਸਤ ਸਿਆਣੀ ਪਿੱਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਸਾਹਿਬ ਕਹਿਣ ਲੱਗੇ ਅੱਗੇ ਉਹੀ ਕੁਝ ਮਿਲਦਾ ਜੋ ਮਨੁੱਖ ਇਸ ਸੰਸਾਰ ਦੇ ਵਿੱਚ ਕਰਮ ਕਰਦਾ ਹੈ ਉਹਦੇ ਅਨੁਸਾਰ ਉਹਨੂੰ ਸਭ ਕੁਝ ਮਿਲਦਾ ਹੈ। ਫਿਰ ਜੇ ਆਪਾਂ ਇਸਲਾਮ ਧਰਮ ਦੀ ਗੱਲ ਕਰੀਏ, ਉਹਨਾਂ ਦੇ ਅੰਦਰ ਵੀ ਇਹ ਗੱਲ ਲਿਖੀ ਹੋਈ ਹੈ ਵੀ ਮਨੁੱਖ ਜਦੋਂ ਮਰ ਜਾਂਦਾ ਹੈ, ਕਿਉਂਕਿ ਉਹ ਦਫਨਾਉਂਦੇ ਨੇ ਕਬਰ ਦੇ ਵਿੱਚ। ਕਬਰ ਦਾ ਅਰਥ ਹੁੰਦਾ ਹੈ ਸਰੀਰ ਨੂੰ ਦਬਾਉਣ ਵਾਲਾ ਟੋਆ। ਉਸ ਕਬਰ ਦੇ ਵਿੱਚ ਮੁਰਦੇ ਸਰੀਰ ਨੂੰ ਦਬਾਇਆ ਜਾਂਦਾ ਹੈ। ਤੇ ਫਿਰ ਇਹ ਵੀ ਲਿਖਿਆ ਹੋਇਆ ਹੈ ਉਹਨਾਂ ਦੇ ਧਰਮ ਗ੍ਰੰਥਾਂ ਦੇ ਅੰਦਰ, ਇੱਕ ਮੁਨਕਰ ਤੇ ਨਕੀਰ ਨਾਮ ਦੇ ਦੋ ਫਰਿਸ਼ਤੇ ਆਉਂਦੇ ਨੇ। ਉਹ ਹਜ਼ਰਤ ਮੁਹੰਮਦ ਸਾਹਿਬ ਦਾ ਨਾਂ ਲੈ ਕੇ ਕਹਿੰਦੇ ਨੇ ਵੀ ਤੈਨੂੰ ਉਹਦੇ ਉੱਤੇ ਯਕੀਨ ਹੈ? ਜੇਕਰ ਉਹ ਆਤਮਾ ਕਹਿ ਦੇ ਮੈਨੂੰ ਯਕੀਨ ਹੈ, ਤੇ ਉਹਦੀ ਕਬਰ ਜਿਹੜੀ ਹੈ ਉਹ 70 ਗਜ ਚੌੜੀ ਤੇ 70 ਗਜ ਲੰਬੀ ਹੋ ਜਾਂਦੀ ਹੈ, ਤੇ ਉਹਦੇ ਵਿੱਚ ਉਹ ਪ੍ਰੇਤ ਆਤਮਾ ਆਰਾਮ ਦੇ ਨਾਲ ਰਹਿੰਦੀ ਹੈ, ਸੁਖੀ ਰਹਿੰਦੀ ਹੈ। ਉਹ ਫਰਿਸ਼ਤੇ ਕਹਿੰਦੇ ਨੇ ਵੀ ਪਰਲੋ ਆਉਣ ਤੱਕ ਤੂੰ ਇੱਥੇ ਰਹਿ ਤੇ ਗੂੜੀ ਨੀਂਦ ਸੁੱਤਾ ਰਹਿ। ਪਰ ਜੇਕਰ ਉਹ ਆਤਮਾ ਕਹਿਦਾ ਵੀ ਮੈਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਯਕੀਨ ਨਹੀਂ ਹੈ, ਤੇ ਫਿਰ ਉਹਦੀ ਉਹ ਕਬਰ ਬਹੁਤ ਸੁੰਗੜ ਕੇ ਸ਼ਿਕੰਜੇ ਵਰਗੀ ਛੋਟੀ ਹੋ ਜਾਂਦੀ ਹੈ। ਉਹਦੇ ਵਿੱਚ ਪ੍ਰੇਤ ਆਤਮਾ ਜਿਹੜੀ ਹੈ ਉਹ ਜਕੜੀ ਜਾਂਦੀ ਹੈ। ਅੱਤ ਦੇ ਦੁੱਖ ਜਿਹੜੇ ਨੇ ਫਿਰ ਉਹਨੂੰ ਝੱਲਣੇ ਪੈਂਦੇ ਨੇ। ਉਹ ਉੱਚੀ ਉੱਚੀ ਹਾਹਾਂ ਦੀਆਂ ਆਵਾਜ਼ਾਂ ਕੱਢਦੀ ਹੈ, ਜਿਹਨੂੰ ਮਨੁੱਖ ਨਹੀਂ ਸੁਣ ਸਕਦਾ, ਪਰੰਤੂ ਪਸ਼ੂ ਤੇ ਪੰਛੀ ਜਿਹੜੇ ਨੇ ਉਹ ਸੁਣ ਸਕਦੇ ਨੇ। ਇਹ ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇਸ ਪ੍ਰਥਾਏ ਆਪਣੀ ਦ੍ਰਿਸ਼ਟੀਕੋਣ ਦਿੱਤਾ। ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜੇਕਰ ਉਹਨਾਂ ਦੀ ਗੱਲ ਮੰਨ ਲਈ ਜਾਵੇ ਵੀ ਆਤਮਾ ਜਿਹੜੀ ਹੈ ਉਹ ਕਬਰ ਦੇ ਵਿੱਚ ਰਹਿੰਦੀ ਹੈ, ਤੇ ਫਿਰ ਉਹ ਸਮਾਂ ਪਾ ਕੇ ਉਸ ਕਬਰ ਦੀ ਮਿੱਟੀ ਚੀਕਣੀ ਹੋ ਜਾਂਦੀ ਹੈ, ਤੇ ਘੁਮਿਆਰ ਉੱਥੋਂ ਮਿੱਟੀ ਲਿਆਉਂਦਾ ਹੈ, ਉਹਦੇ ਬਰਤਨ ਬਣਾਉਂਦਾ ਹੈ। ਬਰਤਨ ਬਣਾਉਣ ਤੋਂ ਬਾਅਦ ਫਿਰ ਉਹਨੂੰ ਅੱਗ ਦੇ ਉੱਤੇ ਰੱਖਦਾ ਹੈ ਪੱਕਿਆਂ ਕਰਨ ਵਾਸਤੇ। ਤੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੇ ਮੰਨ ਲਿਆ ਜਾਵੇ ਉਸ ਮਿੱਟੀ ਦੇ ਵਿੱਚ ਆਤਮਾ ਹੈ, ਤੇ ਉਹਨੂੰ ਮੁੜ ਕੇ ਫਿਰ ਉਹਨਾਂ ਅੰਗਿਆਰਿਆਂ ਦੇ ਉੱਤੇ ਸੜਨਾ ਪਏਗਾ ਤੇ ਉਹ ਚੀਕਾ ਮਾਰੇਗੀ। ਸਤਿਗੁਰੂ ਮਹਾਰਾਜ ਦਾ ਉਹ ਪਾਵਨ ਬਚਨ ਪੜ੍ਹਦੇ ਹਾਂ ਆਸਾ ਕੀ ਵਾਰ ਦੇ ਅੰਦਰ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਜਿਸ ਪਰਮੇਸ਼ਰ ਨੇ ਇਹ ਸਾਰਾ ਕੁਝ ਬਣਾਇਆ ਉਹੀ ਜਾਣਦਾ ਹੈ ਵੀ ਕੀ ਹੁੰਦਾ ਹੈ ਉਸ ਆਤਮਾ ਦੇ ਨਾਲ। ਪਰੰਤੂ ਉਹਨਾਂ ਦੇ ਧਰਮ ਗ੍ਰੰਥ ਇਹ ਕਹਿੰਦੇ ਨੇ ਵੀ ਉਹ 3 ਅਵਸਥਾਵਾਂ ਨੇ ਮਨੁੱਖ ਦੇ ਮਰਨ ਤੋਂ ਬਾਅਦ। ਇੱਕ ਤੇ ਮਰਨ ਤੋਂ ਬਾਅਦ ਕਿਆਮਤ ਤੱਕ ਜਿਹੜੀ ਹੈ ਉਹ ਅਵਸਥਾ ਹੈ, ਜਿਹੜੀ ਕਬਰ ਦੇ ਵਿੱਚ ਪਾ ਕੇ ਤੇ ਪਰਲੋ ਆਉਣ ਤੱਕ ਉਹ ਰਹਿੰਦੀ ਹੈ। ਦੂਜੀ ਜਿਹੜੀ ਹੈ ਵੀ ਪਰਲੋ ਆਉਣ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ ਉਹ ਆਵਾਜ਼ਾਂ ਮਾਰਦੇ ਨੇ ਰੂਹਾਂ ਨੂੰ, ਤੇ ਰੂਹਾਂ ਉੱਠਦੀਆਂ ਨੇ, ਤੇ ਫਿਰ ਉਹਨਾਂ ਦਾ ਕਰਮਾਂ ਦਾ ਨਿਬੇੜਾ ਹੁੰਦਾ ਹੈ। ਤੇ ਉਹਨਾਂ ਦੇ ਕਰਮਾਂ ਅਨੁਸਾਰ ਮਾੜੇ ਕਰਮ ਕਰਨ ਵਾਲੇ ਜਿਹੜੇ ਨੇ ਉਹ ਦੋਜ਼ਖ ਦੇ ਵਿੱਚ ਜਾਂਦੇ ਨੇ। ਦੋਜ਼ਖ ਦਾ ਅਰਥ ਹੁੰਦਾ ਜਿੱਥੇ ਅੱਗ ਹੀ ਅੱਗ ਹੋਵੇ। ਤੇ ਜਿਹੜੇ ਚੰਗੇ ਕਰਮ ਕਰਦੇ ਨੇ ਉਹਨਾਂ ਨੂੰ ਬਿਸ਼ਤ ਮਿਲਦਾ ਹੈ ਉਹਨਾਂ ਦੇ ਚੰਗੇ ਕਰਮਾਂ ਦੇ ਕਾਰਨ। ਈਸਾਈ ਮਤ, ਯਹੂਦੀ ਮਤ, ਸ਼ਾਮੀ ਮਤ ਜਿਤਨੇ ਵੀ ਨੇ
ਉਹ ਇਸ ਗੱਲ ਦੇ ਉੱਤੇ ਚੱਲਦੇ ਨੇ। ਬਾਈਬਲ ਦੇ ਵਿੱਚ ਵੀ ਇਹੀ ਗੱਲ ਲਿਖੀ ਹੋਈ ਹੈ ਵੀ ਹਜ਼ਰਤ ਈਸਾ ਜੀ ਉਹਨਾਂ ਰੂਹਾਂ ਨੂੰ ਆਵਾਜ਼ਾਂ ਮਾਰਦੇ ਨੇ ਤੇ ਉਹਨਾਂ ਨੂੰ ਉਠਾ ਕੇ ਲੈ ਕੇ ਜਾਂਦੇ ਨੇ। ਫਿਰ ਉਹਨਾਂ ਦਾ ਕਰਮਾਂ ਦਾ ਨਿਬੇੜਾ ਹੁੰਦਾ ਹੈ। ਕਰਮਾਂ ਦੇ ਅਨੁਸਾਰ ਨਰਕ ਤੇ ਸਵਰਗ ਜਿਹੜਾ ਹੈ ਉਹਨਾਂ ਨੂੰ ਮਿਲਦਾ ਹੈ। ਫਿਰ ਇਸਲਾਮਿਕ ਧਰਮ ਦੇ ਅੰਦਰ ਇਹ ਵੀ ਲਿਖਿਆ ਹੋਇਆ ਹੈ ਵੀ ਤੀਜੀ ਅਵਸਥਾ ਜਿਹੜੀ ਹੈ ਉਹ ਕਰਮਾਂ ਦਾ ਫਲ ਭੁਗਤਣ ਦੀ ਹੈ। ਜਿਹੜੇ ਦੋਜ਼ਖ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਅਨੇਕਾਂ ਕਸ਼ਟ ਸਹਿਣੇ ਪੈਂਦੇ ਨੇ। ਉਹਨਾਂ ਨੇ ਇਹ ਵੀ ਲਿਖਿਆ ਹੋਇਆ ਵੀ ਇਹ ਦੋਜ਼ਖ ਦੀ ਜਿਹੜੀ ਦੰਡ ਹੈ, ਸਜ਼ਾ ਹੈ, ਇਹ ਸਦਾ ਹੀ ਨਹੀਂ ਰਹਿੰਦੀ। ਦੰਡ ਭੁਗਤਣ ਤੋਂ ਉਪਰੰਤ ਮੁੜ ਮਨੁੱਖ ਜੀਵਤ ਹੋ ਜਾਂਦਾ ਹੈ ਤੇ ਉਹਨੂੰ ਮਾਤਲੋਕ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਇਹ ਉਹਨਾਂ ਦੇ ਧਰਮ ਗ੍ਰੰਥਾਂ ਦੇ ਗੱਲ ਲਿਖੀ ਹੋਈ ਹੈ। ਪਰ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਇਸ ਪ੍ਰਥਾਏ ਆਪਣੇ ਜੋ ਵਿਚਾਰ ਨੇ ਗੁਰਮਤਿ ਅਨੁਸਾਰ ਉਹ ਦਿੱਤੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਸ ਵਕਤ ਮਨੁੱਖ ਦੇ ਕਾਇਆ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤੇ ਉਹ ਆਤਮਾ ਕਿੱਥੇ ਜਾਂਦੀ ਹੈ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਹੈ। 12 ਮਾਹਾਂ ਜੀ ਦੀ ਪਾਵਨ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਵੀ ਕਿਸੇ ਨੂੰ ਵੀ ਭੇਦ ਨਹੀਂ ਮਿਲਦਾ ਵੀ ਉਹ ਆਤਮਾ ਕਿੱਥੇ ਗਈ। ਛੱਡ ਖੜੋਤੇ ਖਿਨੇ ਮਾਹੇ ਜਿਨਸੋਂ ਲੱਗਾ ਹੇਤ, ਜਿਨ੍ਹਾਂ ਦੇ ਨਾਲ ਹਿੱਤ ਲੱਗਾ ਹੁੰਦਾ, ਪਿਆਰ ਲੱਗਾ ਹੁੰਦਾ ਪਰਿਵਾਰ ਵਾਲਿਆਂ ਦੇ ਨਾਲ, ਉਹ ਖਿੰਨ ਦੇ ਵਿੱਚ ਜਿਹੜਾ ਹੈ ਉਹ ਛੱਡ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਸ ਪ੍ਰਥਾਏ ਸਾਡੀ ਅਗਵਾਈ ਦਿੰਦੇ ਨੇ। ਪਹਿਰਿਆਂ ਸਰਲੇਖ ਹੇਠ ਸਤਿਗੁਰੂ ਮਹਾਰਾਜ ਸ਼੍ਰੀ ਰਾਗ ਦੇ ਵਿੱਚ ਕਹਿੰਦੇ ਨੇ, ਜਦੋਂ ਮਨੁੱਖ ਦਾ ਚੌਥਾ ਪਹਿਰ ਆਉਂਦਾ ਹੈ, ਭਾਵ ਜ਼ਿੰਦਗੀ ਦਾ ਅਖੀਰਲਾ ਸਮਾਂ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਭਾਵ ਜਮ ਰੂਪੀ ਵਾਢੇ ਇਸ ਖਰੀਤ ਨੂੰ ਵੱਢਣ ਵਾਸਤੇ ਆਉਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਦ, ਭੇਦ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ ਝੂਠਾ ਰੁਦਰ ਹੋਆ ਦੁਆਲੇ ਖਿਨ ਮੈਂ ਪਿਆ ਪਰ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਵੀ ਭੇਦ ਇਸ ਗੱਲ ਦਾ ਪਤਾ ਨਹੀਂ ਵੀ ਉਹ ਆਤਮਾ ਕਿੱਥੇ ਗਈ ਹੈ। ਭੇਦ ਚੇਤ ਹਰ ਕਿਸੇ ਨਾ ਮਿਲਿਆ, ਜਾਂ ਜਮ ਪਕੜ ਚਲਾਇਆ ਜਦੋਂ ਜਮਾ ਨੇ ਪਕੜ ਕੇ ਉਹਨਾਂ ਨੂੰ ਲੈ ਗਈ ਆਤਮਾ ਨੂੰ, ਤੇ ਕਿਸੇ ਨੂੰ ਭੇਦ ਇਸ ਗੱਲ ਦਾ ਨਹੀਂ ਜੇ ਪਤਾ ਲੱਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਕਹਿੰਦੇ ਨੇ ਵੀ ਮਨੁੱਖ ਜਦੋਂ ਇਸ ਸੰਸਾਰ ਵਿੱਚੋਂ ਚਲਾ ਜਾਂਦਾ ਹੈ ਤੇ ਉਹਦੇ ਸਰੀਰ ਨੂੰ ਮਿੱਟੀ ਵਿੱਚ ਮਿਲਾਉਣ ਵਾਸਤੇ ਢੰਗ ਵੱਖਰੇ ਵੱਖਰੇ ਨੇ। ਕਾਇਆ ਬਗੂਤੀ ਬਹੁ ਬਿਤ ਭਾਤੀ, ਕੋ ਜਾਰੇ ਕੋ ਗੱਡ ਲੈ ਮਾਟੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕੋਈ ਮਿੱਟੀ ਦੇ ਵਿੱਚ ਗੱਡ ਦਿੰਦਾ ਹੈ, ਭਾਵ ਕਬਰ ਬਣਾ ਕੇ, ਤੇ ਕੋਈ ਸਾੜ ਦਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ, ਇੱਕ ਦੱਜੇ ਇੱਕ ਦੱਬੀਏ। ਦੱਜੇ ਦਾ ਮਤਲਬ ਹੁੰਦਾ ਸਾੜਨਾ, ਦੱਬੇ ਦਾ ਮਤਲਬ ਕਬਰ ਦੇ ਵਿੱਚ ਦਫਨਾ ਦੇਣਾ। ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ। ਕੋਈ ਜਿਹੜਾ ਹੈ ਉਹ ਮੁਰਦੇ ਸਰੀਰ ਨੂੰ ਜਾਨਵਰਾਂ ਦੇ ਅੱਗੇ ਪਾ ਦਿੰਦਾ। ਦੱਜੇ ਤੇ ਦੱਬਣਾ, ਇਹ ਜਿਹੜਾ ਹੈ ਦੱਬਣਾ ਉਹ ਮੁਸਲਮਾਨਾਂ ਦੇ ਵਿੱਚ ਰਿਵਾਜ ਹੈ, ਉਹਨਾਂ ਦੇ ਧਰਮ ਰੀਤੀ ਉਹਨਾਂ ਨੇ ਅਪਣਾਈ ਹੋਈ ਹੈ। ਤੇ ਸਾੜਨਾ ਜਿਹੜਾ ਹੈ ਉਹ ਹਿੰਦੁਸਤਾਨ ਦੇ ਅੰਦਰ ਖਾਸ ਤੌਰ ਤੇ ਹਿੰਦੂ ਧਰਮ, ਸਿੱਖ ਧਰਮ, ਇਹਨਾਂ ਧਰਮਾਂ ਦੇ ਵਿੱਚ ਹੈ। ਤੇ ਖਿਆਲ ਕਰਨਾ ਇਹ ਰੀਤ ਕਿੱਥੋਂ ਪ੍ਰਚਲਿਤ ਹੋਈ। ਇਹ ਰੀਤ ਪ੍ਰਚਲਿਤ ਹੋਈ ਕਿਉਂਕਿ ਮੁਸਲਮਾਨ ਜਿਹੜੇ ਨੇ ਉਹ ਅਰਬ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਨੇ ਤੇ ਉੱਥੇ ਲੱਕੜ ਦੀ ਕਮੀ ਪੁਰਾਤਨ ਸਮੇਂ ਦੇ ਵਿੱਚ ਬਹੁਤ ਹੋਇਆ ਕਰਦੀ ਹੈ। ਅੱਜ ਤੇ ਉਹ ਸਾਰਾ ਹੀ ਵਾਤਾਵਰਨ ਚੇਂਜ ਹੋ ਗਿਆ। ਪੁਰਾਣੇ ਸਮੇਂ ਦੇ ਵਿੱਚ ਮਾਰੂਥਲ ਰੇਤਾ ਹੋਇਆ ਕਰਦੀ ਸੀ ਤੇ ਉੱਥੇ ਲੱਕੜ ਜਾਲਣ ਵਾਸਤੇ ਨਹੀਂ ਸੀ ਮਿਲਦੀ, ਜਿਹਦੇ ਕਾਰਨ ਉਹ ਮੁਰਦੇ ਸਰੀਰ ਨੂੰ ਧਰਤੀ ਦੇ ਵਿੱਚ ਦੱਬਣਾ ਆਰੰਭ ਕਰ ਦਿੱਤਾ ਤੇ ਉਹਨਾਂ ਦੀ ਇਹ ਰੀਤ ਬਣ ਗਈ। ਇੱਧਰ ਹਿੰਦੁਸਤਾਨ ਦੇ ਅੰਦਰ ਜਿਹੜੀ ਹੈ ਉਹ ਲੱਕੜ ਆਸਾਨੀ ਦੇ ਨਾਲ ਮਿਲ ਜਾਂਦੀ ਸੀ ਤੇ ਇੱਥੇ ਲੱਕੜਾਂ ਦੇ ਰਾਹੀਂ ਸਾੜ ਦਿੱਤਾ ਜਾਂਦਾ ਸੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਭੀ ਫਿਰ ਹੱਸਣ ਪਾਏ। ਕਈ ਧਰਮਾਂ ਵਾਲੇ ਜਿਹੜੇ ਨੇ ਮੁਰਦੇ ਸਰੀਰ ਨੂੰ ਪਾਣੀ ਦੇ ਵਿੱਚ ਸੁੱਟ ਦਿੰਦੇ ਨੇ ਤੇ ਜੀਵਾਂ ਦਾ ਆਹਾਰ ਜਿਹੜਾ ਹੈ ਉਹ ਬਣ ਜਾਂਦੇ ਨੇ। ਤੇ ਫਿਰ ਪਾਰਸੀ ਲੋਕ ਜਿਹੜੇ ਨੇ ਉਹ ਹੱਸਣ ਪਾਏ, ਭਾਵ ਸੁੱਕੇ ਖੂਹ ਦੇ ਉੱਤੇ ਲਾਸ਼ ਨੂੰ ਰੱਖ ਦਿੰਦੇ ਨੇ ਜਾਂ ਡੂੰਘਾ ਟੋਆ ਪੁੱਟ ਕੇ
ਤੇ ਉਸ ਟੋਏ ਦੇ ਉੱਪਰ ਜਿਹੜੀ ਹੈ ਉਹ ਲਾਸ਼ ਨੂੰ ਰੱਖ ਦਿੰਦੇ ਨੇ। ਜਾਨਵਰਾਂ ਜਿਹੜੇ ਨੇ, ਗਿਰਜਾ, ਇੱਲ, ਕਾਂ, ਜਿਹੜੇ ਜਾਨਵਰ ਮਾਸ ਖਾਣ ਵਾਲੇ ਨੇ, ਉਹ ਆਉਂਦੇ ਨੇ ਤੇ ਉਹਨਾਂ ਮਾਸ ਨੂੰ ਖਾ ਜਾਂਦੇ ਨੇ, ਹੱਡੀਆਂ ਬਚਦੀਆਂ ਨੇ ਤੇ ਉਹ ਥੱਲੇ ਸੁੱਟ ਦਿੱਤੀਆਂ ਜਾਂਦੀਆਂ ਨੇ। ਇਹਨੂੰ ਕਹਿੰਦੇ ਨੇ ਹਸਣ ਪਾਏ। ਪਾਰਸੀ ਲੋਕ ਇਵੇਂ ਕਰਦੇ ਨੇ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਨਾਨਕ ਏਬ ਨਾ ਜਾਪਈ ਕਿੱਥੇ ਜਾਏ ਸਮਾਏ। ਕਿਸੇ ਨੂੰ ਇਹ ਨਹੀਂ ਪਤਾ ਵੀ ਉਹ ਆਤਮਾ ਕਿੱਥੇ ਜਾ ਕੇ ਸਮਾ ਗਈ, ਕਿੱਥੇ ਚਲੀ ਗਈ। ਇਸ ਗੱਲ ਦਾ ਜਿਹੜਾ ਹੈ ਉਹ ਕਿਸੇ ਨੂੰ ਵੀ ਕੁਝ ਪਤਾ ਨਹੀਂ ਜੇ ਲੱਗਦਾ। ਸਤਿਗੁਰੂ ਮਹਾਰਾਜ ਤੇ ਇੱਥੇ ਕਹਿੰਦੇ ਨੇ ਵੀ ਮ੍ਰਿਤਕ ਸਰੀਰ ਨੂੰ ਸਾਂਭਣ ਦਾ ਇਹ ਤਰੀਕਾ ਹੈ। ਮ੍ਰਿਤਕ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪੈਂਦਾ, ਭਾਵੇਂ ਮ੍ਰਿਤਕ ਸਰੀਰ ਨੂੰ ਚੰਦਨ ਲਾ ਦਿੱਤਾ ਜਾਵੇ। ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਬਨ ਫਲ ਪਾਵੇ, ਉਹਦਾ ਕੋਈ ਵਾਧਾ ਨਹੀਂ ਹੁੰਦਾ, ਉਹਨੂੰ ਕੋਈ ਫਲ ਨਹੀਂ ਮਿਲਦਾ। ਜੇ ਮ੍ਰਿਤਕ ਕੋ ਬਿਸਟਾ ਮਾਹੇ ਰੁਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਤੇ ਮ੍ਰਿਤਕ ਦਾ ਕੁਝ ਘਟ ਨਹੀਂ ਜਾਂਦਾ ਜੇ ਉਹਨੂੰ ਮਿੱਟੀ ਦੇ ਵਿੱਚ ਰਲਾ ਦਿੱਤਾ ਜਾਵੇ, ਬਿਸਟਾ ਦੇ ਵਿੱਚ ਜਿਹੜਾ ਹੈ ਉਹ ਰਲਾ ਦਿੱਤਾ ਜਾਵੇ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਆਤਮਾ ਨਿਕਲ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਆਤਮਾ ਜਿਹੜੀ ਹੈ ਉਹ ਕਿੱਥੇ ਜਾਂਦੀ ਹੈ, ਇਸ ਗੱਲ ਦਾ ਇਸ ਸੰਸਾਰ ਦੇ ਲੋਕਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ। ਤੇ ਲੋਕ ਆਪਣੀ ਆਪਣੀ ਧਰਮ ਦੀ ਕਿਰਿਆ ਜਿਹੜੀ ਹੈ ਉਹ ਜ਼ਰੂਰ ਕਰਦੇ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਸ ਮਨੁੱਖ ਦੇ ਇਸ ਸੰਸਾਰ ਦੇ ਵਿੱਚ ਜੋ ਕਰਮ ਕੀਤੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕਰਮਾਂ ਨੂੰ ਜ਼ਰੂਰ ਭੁਗਤਣਾ ਪੈਂਦਾ ਹੈ। ਇਸ ਕਰਮਾਂ ਦੇ ਸੰਬੰਧੀ ਜੋ ਹੈ ਇੱਕ ਵੀਡੀਓ ਪਹਿਲਾਂ ਹੀ ਇਸ ਚੈਨਲ ਦੇ ਉੱਤੇ ਅਪਲੋਡ ਕੀਤੀ ਜਾ ਚੁੱਕੀ ਹੈ। ਉਸ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਉਸ ਤੋਂ ਤੁਸੀਂ ਜ਼ਰੂਰ ਸੁਣ ਲੈਣਾ ਵੀ ਮਨੁੱਖ ਨੂੰ ਕਿਵੇਂ ਕਰਮਾਂ ਦਾ ਫਲ ਜਿਹੜਾ ਹੈ ਉਹ ਮਿਲਦਾ ਹੈ। ਪਰ ਇਹ ਗੱਲ ਸਪਸ਼ਟ ਹੈ ਵੀ ਆਤਮਾ ਕਿੱਥੇ ਜਾਂਦੀ ਹੈ, ਉਹਨੂੰ ਦੁੱਖ ਝੱਲਣੇ ਪੈਂਦੇ ਨੇ, ਨਹੀਂ ਝੱਲਣੇ ਪੈਂਦੇ, ਕੀ ਕਰਨਾ ਪੈਂਦਾ। ਸਿੱਖ ਧਰਮ ਦੇ ਅੰਦਰ ਇਸ ਗੱਲ ਨੂੰ ਨਹੀਂ ਪ੍ਰਵਾਨਿਆ ਗਿਆ, ਭਾਵੇਂ ਕਿ ਬਾਕੀ ਧਰਮਾਂ ਨੇ ਇਸ ਦਾ ਖੁਲਾਸਾ ਆਪੋ ਆਪਣੇ ਢੰਗ ਦੇ ਨਾਲ ਜਿਹੜਾ ਕੀਤਾ ਹੈ, ਪਰ ਸਿੱਖ ਧਰਮ ਨੇ ਇਸ ਗੱਲ ਨੂੰ ਨਹੀਂ ਮੰਨਿਆ ਵੀ ਉਹ ਆਤਮਾ ਕਿੱਥੇ ਜਾਂਦੀ ਹੈ ਤੇ ਉਹਦੇ ਨਾਲ ਕੀ ਭਾਣਾ ਵਰਤਦਾ ਹੈ। ਪਰ ਹਾਂ, ਮਨੁੱਖ ਦੇ ਕਰਮਾਂ ਦਾ ਫਲ ਜਿਹੜਾ ਹੈ ਉਹਨੂੰ ਜ਼ਰੂਰ ਭੁਗਤਣਾ ਪੈਂਦਾ ਹੈ। ਜੇ ਮਨੁੱਖ ਨੇ ਚੰਗੇ ਕਰਮ ਕੀਤੇ ਹੁੰਦੇ ਨੇ, ਮਨੁੱਖ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੁੰਦੀ ਹੈ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ। ਪਰ ਜਿਹੜੇ ਮਨੁੱਖ ਸੰਸਾਰ ਵਿੱਚ ਆ ਕੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਚੰਗੇ ਕਰਮ ਨਹੀਂ ਕਰਦੇ, ਉਹਨਾਂ ਨੂੰ ਫਿਰ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਫਿਰ ਉਹਨਾਂ ਨੂੰ ਜਨਮ ਮਰਨ ਦਾ ਉਹ ਚੱਕਰ ਜਿਹੜਾ ਹੈ ਉਹ ਬਣ ਆਉਂਦਾ ਹੈ। ਉਹ ਜੰਮਦੇ ਨੇ, ਮਰ ਜਾਂਦੇ ਨੇ, ਜੰਮਦੇ ਨੇ ਤੇ ਮਰ ਜਾਂਦੇ ਨੇ। ਇਹ ਸਿਲਸਿਲਾ ਲਗਾਤਾਰ ਉਹਨਾਂ ਦਾ ਚੱਲਦਾ